कि ਜਿਹੜੇ ਵਰਡਸ ਦੇ ਨਾ ਅਸੀਂ ਨੈਗੇਟਿਵ ਕੋਨੋਟੇਸ਼ਨ ਬਣਾ ਲਈਆਂ। ਕਾਮਰੇਡ ਵਰਡ ਕਿਸੇ ਨੂੰ ਚੰਗਾ ਲੱਗਦਾ, ਕਿਸੇ ਨੂੰ ਬਹੁਤ ਮਾੜਾ ਗਾਲ ਦੇ ਰੂਪ ਹੀ ਵਰਤਿਆ ਜਾਂਦਾ। ਇੱਦਾਂ ਹੀ ਵਰਡ ਖਾਲਸਾ ਅਤੇ ਸਿੱਖਿਆ ਖਾਲਿਸਤਾਨੀ ਵੀ ਕਈ ਵਾਰ ਯੂਜ਼ ਕਰ ਲਿੱਤਾ ਜਾਂਦਾ। ਸਾਨੂੰ ਇਹਨਾਂ ਤੋਂ ਪਰਹੇਜ਼ ਕਰਨ ਦੀ ਲੋੜ ਆ। ਇਹ ਵਰਡ ਆਪਣੇ ਆਪ ਵਿੱਚ ਤਾਂ ਕੋਈ ਵੀ ਨੈਗੇਟਿਵ ਨਹੀਂ। ਕਾਮਰੇਡ ਭਗਤ ਸਿੰਘ ਹੀ ਮੈਂ ਕਹਾਂਗਾ। ਹੁਣ ਜਦੋਂ ਲਿਖ ਰਹੇ ਨੇ ਇੱਕ ਉਹਨਾਂ ਨੇ ਐਡੀਟੋਰੀਅਲ ਲਿਖਿਆ ਸੀ ਜਦ ਬੱਬਰ ਅਕਾਲੀ ਲਹਿਰਾਂ ਨੂੰ ਬੱਬਲ ਅਕਾਲੀਆਂ ਨੂੰ ਸੂਲੇ ਚੜ੍ਹਾਉਣ ਦੀ ਗੱਲ ਕੀਤੀ, ਉਹਨਾਂ ਐਡੀਟੋਰੀਅਲ ਲਿਖਿਆ ਕਹਿੰਦਾ ਇਹ ਜਿਹੜੇ ਸਿੱਖ ਨੇ ਇਹਨਾਂ ਦੀ ਬਦੌਲਤ ਸਾਨੂੰ ਆਜ਼ਾਦੀ ਆ, ਉਹ ਨਹੀਂ ਤਾਂ ਪੂਰਾ ਹਿੰਦੁਸਤਾਨ ਤਾਂ ਹੋਲੀ ਖੇਡ ਰਿਹਾ। ਮੈਂ ਜਾਣ ਕੇ ਉਹ ਕੋਟ ਕੀਤਾ। ਅਤੇ ਦੂਸਰੀ ਤਾਂ ਪ੍ਰੋਫੈਸਰ ਪੂਰਨ ਸਿੰਘ ਨੂੰ ਕੀਤਾ ਸੀਗਾ ਕਿ ਜਦ ਉਹ ਕਾਮਰੇਡ ਵਰਤ ਰਹੇ ਨੇ ਯੂਜ਼, ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਪੰਜਾਬ ਦੇ ਕੁਝ ਨਵੇਂ ਕਿਸਮ ਦੇ ਕਾਮਰੇਡ ਖੜੇ ਕਰਤੇ ਸੀ। ਮਤਲਬ ਅਸੀਂ ਲਫ਼ਜ਼ਾਂ ਨੂੰ ਤੋੜਨ ਲਈ ਨਾ ਯੂਜ਼ ਕਰੀਏ, ਉਹਨਾਂ ਦੇ ਕੰਪਲੈਕਸਿਸ 'ਚੋਂ ਬਾਹਰ ਆਈਏ। ਅਤੇ ਇਹ ਜਿਹੜੇ ਪੰਜਾਬ ਦੇ ਲਈ ਅਸੀਂ ਜੋ ਕੁਝ ਕਰ ਸਕਦੇ ਹਾਂ, ਤੁਸੀਂ ਇੱਕ ਰੱਬ ਨੂੰ ਮੰਨਦੇ ਹੋ ਜਾਂ 10 ਨੂੰ ਮੰਨਦੇ ਜਾਂ ਨਹੀਂ ਮੰਨਦੇ, ਉਹ ਇਸ਼ੂ ਨਹੀਂ ਆ, ਉਹ ਤੁਹਾਡਾ ਆਪਣਾ ਨਿਯਮ ਆ। ਗੱਲ ਤਾਂ ਇਹ ਹੈ ਕਿ ਤੁਸੀਂ ਕੀ ਕਰ ਰਹੇ ਹੋ ਕੰਟਰੀਬਿਊਸ਼ਨ ਕਰਨ ਲਈ ਪੋਜ਼ੀਟਿਵਲੀ। ਜਿੱਥੇ ਕਮਿਊਨਿਸਟ ਆ ਜਾਂਦਾ ਉੱਥੇ ਨਾਸਤਿਕ ਸ਼ਬਦ ਆ ਜਾਂਦਾ। ਇਹ ਸਾਡੀ ਡਿਬੇਟ ਦਾ ਹਿੱਸਾ ਸੀਗਾ ਹੀ ਨਹੀਂ, ਇਹ ਜ਼ਬਰਦਸਤੀ ਪਾ ਦਿੱਤੇ ਗਏ ਨੇ ਪਿਛਲੇ 100 ਸਾਲਾਂ 'ਚ। ਤਾਂ ਹੀ ਪਿਛਲੇ 75 ਸਾਲਾਂ 'ਚ ਹੋਰ ਰੂਪ 'ਚ ਬਾਹਰ ਆਏ ਨੇ। ਉਹ ਕਿਉਂ ਆਏ ਨੇ? ਕਿਉਂਕਿ ਸਿੱਖਾਂ ਨੂੰ ਅਤੇ ਲੈਫਟ ਨੂੰ ਵੀ ਇਹਦੀਆਂ ਆਪਣੇ ਆਈਡੀਅਲਸ ਦੀ ਸਮਝ ਨਹੀਂ ਆ। ਬਟ ਅਸੀਂ ਇਸ ਡਿਬੇਟ ਦਾ ਹਿੱਸਾ ਬਣਾ ਲਿਆ। ਅਤੇ ਜੋ ਅਸੀਂ ਕਰਨਾ ਸੀਗਾ ਪੰਜਾਬ ਦੇ ਪ੍ਰਤੀ ਇੱਕ ਰੈਕਨਸੀਲੀਏਸ਼ਨ ਦੀ ਜਿਹੜੀ ਗੱਲ ਆ ਤੋਰਨ ਦੀ ਕੋਸ਼ਿਸ਼ ਕੀਤੀ ਹੈ, ਉਹਦੇ ਵੱਲ ਸਾਡੀ ਤਵੱਜੋ ਨਹੀਂ ਜਾ ਰਹੀ। ਉੱਥੇ ਸਾਡੀ ਇੰਟੈਲੈਕਚੁਅਲ ਰਿਗਰ ਨਹੀਂ ਜਾ ਰਹੀ, ਉਧਰ ਵੱਲ ਜਾਣ ਦੀ ਕੋਸ਼ਿਸ਼ ਕਰੀਏ। ਖੱਬੀ ਪੱਖੀ ਕਹਿੰਦੇ ਹੋ ਕਿ ਉਸੇ ਤਰੀਕੇ ਨਾਲ ਵਿਵਾਦ ਚੱਲਦਾ ਰਹੂਗਾ। ਜੇ ਆਪਾਂ ਧਰਮ ਨੂੰ ਪਾਸੇ ਰੱਖ ਦਾਂਗੇ ਫਿਰ ਗੱਲ ਕਰਾਂਗੇ ਕਿ ਇਕੱਠੇ ਹੋ ਜਾਣਗੇ। ਜਦ ਕਿਸੇ ਨਾਲ ਪ੍ਰੋਜੈਕਟ ਕਰਨਾ ਹੁੰਦਾ ਨਾ, ਤੁਸੀਂ ਇਹ ਨਹੀਂ ਪੁੱਛਦੇ ਤੂੰ ਕਿਹਨੂੰ ਮੰਨਦਾ, ਪੁੱਛਿਆ ਇਹ ਜਾਂਦਾ ਆਪਾਂ ਕਿਸ ਕੰਮ ਲਈ ਇਕੱਠੇ ਹੋਏ ਹਾਂ। ਸਾਨੂੰ ਇਹ ਡਿਬੇਟ ਚੇਂਜ ਕਰਨੀ ਪੈਣੀ ਹੈ। 100 ਸਾਲ ਪਹਿਲਾਂ ਜਦ ਲੈਫਟਿਸਟ ਮੂਵਮੈਂਟਸ ਦੁਨੀਆ ਦੇ ਚੱਲ ਰਹੀ ਸੀ ਗਲੋਬਲ, ਉਹਦੇ ਵਿੱਚ ਜਦ ਅੰਮ੍ਰਿਤਧਾਰੀ ਸਿੱਖਾਂ ਨੇ ਆਪਣਾ ਯੋਗਦਾਨ ਪਾਇਆ, ਉਹਨਾਂ ਨੇ ਇਹ ਥੋੜ੍ਹੀ ਗੱਲ ਕੀਤੀ ਸੀ ਕਿ ਤੂੰ ਲੈਨਨ ਨੂੰ ਮਰਦਾ ਜਾਂ ਮਾਰਕਸ ਨੂੰ ਮਰਦਾ, ਜਾਂ ਉਹਨਾਂ ਨੇ ਇਹ ਥੋੜ੍ਹੀ ਪੁੱਛਿਆ ਤੂੰ ਅੰਮ੍ਰਿਤ ਛਕਿਆ ਨਹੀਂ ਛਕਿਆ। ਉਹ ਤਾਂ ਅੰਡਰਸਟੂਡ ਸੀ ਕਿਉਂਕਿ ਉਹ ਸਕੂਲ ਆਫ ਥਾਟ ਤੋਂ ਆਏ ਨੇ। ਗੱਲ ਇਹ ਹੋਈ ਸੀ ਕਿ ਉਸ ਵੇਲੇ ਸੀਗਾ ਕੰਮ ਕਿ ਹਿੰਦੁਸਤਾਨ ਨੂੰ ਜਾਂ ਪਾਕਿਸਤਾਨ ਨੂੰ ਕਿਵੇਂ ਆਜ਼ਾਦ ਕਰਾਉਣਾ, ਜਿਹਨੂੰ ਅੱਜ ਅਸੀਂ ਕਹਿੰਦੇ ਹਾਂ। ਅੱਜ ਦੀ ਪੀੜ੍ਹੀ ਜੋ ਬਾਤ ਹੋਈ ਹੈ ਕਿ ਉਸ ਨੂੰ ਲੱਗਦਾ ਵੀ ਕਾਮਰੇਡ ਜੋ ਨੇ ਇੱਕ ਵਾਕਈ ਨਾਸਤਿਕ ਨੇ, ਇੱਕ ਧਰਮ ਨੂੰ ਲੈ ਕੇ ਅੱਗੇ ਹੁਣ ਵੱਧ ਰਹੇ। ਆਈਡੀਅਲ ਦੇ ਨੇੜੇ ਕੋਈ ਵੀ ਨਹੀਂ ਘੁੰਮ ਰਿਹਾ। ਪ੍ਰੋਬਲਮ ਇੱਥੇ ਖੜੀ ਹੋਈ ਆ। ਅਸੀਂ ਆਈਡੀਅਲ ਨੂੰ ਬਣਾ ਲੈਂਦੇ ਹਾਂ, ਫਿਰ ਅਸੀਂ ਆਪਣੀ ਇੱਕ ਲਾਈਨਾਂ ਖਿੱਚ ਦਿੰਦੇ ਹਾਂ, ਇਹ ਤਾਂ ਜੀ ਇੱਦਾਂ ਦੇ ਹੀ ਨੇ, ਅਤੇ ਅਸੀਂ ਕਿਹੜਾ ਬੈਟਰ ਹੈਗੇ। ਆਈਡੀਅਲ ਬਣਾ ਲਿਆ ਆਪਾਂ, ਜੋ ਆਈਡੀਅਲ ਨੂੰ ਧਰਮ ਬਣਾ ਕੇ ਲੈ ਕੇ ਚੱਲੇ। ਨਹੀਂ, ਮੈਂ ਇਹ ਕਹਿ ਰਿਹਾ ਕਿ ਜਿਸ ਚੀਜ਼ ਨੂੰ ਵੀ ਤੁਸੀਂ ਮੰਨਦੇ ਹੋ ਉਹਦੇ ਆਈਡੀਅਲ ਨੂੰ ਨਾਲ ਲੈ ਕੇ ਆਉਂਦੇ ਹੋ, ਬਟ ਕੰਮ ਆਈਡੀਅਲ ਪ੍ਰਤੀ ਨਹੀਂ ਹੁੰਦਾ, ਉਹ ਤਾਂ ਪ੍ਰਚਾਰ ਹੁੰਦਾ। ਜੇ ਕਿਸੇ ਨੇ ਪ੍ਰਚਾਰ ਕਰਨਾ ਸਿੱਖੀ ਦਾ ਕਰੇ, ਜੇ ਕਿਸੇ ਨੇ ਪ੍ਰਚਾਰ ਕਰਨਾ ਖੱਬੇ ਪੱਖੀ ਡਿਫਰੈਂਟ ਫਾਊਂਡਰਸ ਦਾ ਉਹਦਾ ਕਰਨ, ਬਟ ਪੰਜਾਬ ਲਈ ਕੀ ਕਰਨਾ ਇਹ ਗੱਲ ਕਰੋ। ਹੁਣ ਪਾਣੀਆਂ ਦੇ ਮਸਲੇ 'ਤੇ ਕੰਮ ਕਰੋ ਨਾ ਇਕੱਠੇ ਹੋ ਕੇ। ਪਰ ਜੇ ਨਾ ਇਕੱਠੇ ਹੋਏ ਫਿਰ ਕੀ ਆਉਣ ਵਾਲਾ ਭਵਿੱਖ ਹੈ ਜਾਂ ਜੋ ਪੰਜਾਬ ਦੇ ਕੀ ਹਾਲਾਤ ਹੋਣਗੇ? ਇਹ ਆਪਸ਼ਨ ਹੀ ਹੈ ਨਹੀਂ। ਜੇ ਅਸੀਂ ਇਕੱਠੇ ਸੀਗੇ, ਜਦ ਇਕੱਠੇ ਸੀ ਅਸੀਂ ਸਾਊਥ ਏਸ਼ੀਆ ਆਜ਼ਾਦ ਕਰਾ ਲਿਆ ਸੀ। ਜਦ ਸਿੱਖ ਆਪਣਾ ਪ੍ਰੋਜੈਕਟ ਹੀ ਇਕੱਲਾ ਕਰ ਰਹੇ ਸੀ, ਅਸੀਂ ਗੁਰਦੁਆਰੇ ਆਪਣੇ ਕਲੀਨ ਕਰ ਲਏ ਸੀ। ਸੋ ਇਹ ਨਾ ਕੋ ਇਕੱਠੇ ਨਹੀਂ ਹੋਣਗੇ। ਇਕੱਠੇ ਕਿਉਂ ਨਹੀਂ ਹੋ ਰਹੇ ਇਹ ਕਰੋ ਕੰਮ, ਅਤੇ ਇਕੱਠੇ ਕੌਣ ਨਹੀਂ ਹੋਣ ਦੇ ਰਿਹਾ ਉਹ ਸਮਝੋ। ਅੱਜ ਇੱਕ ਚਰਚਾ ਹੋਈ ਹੈ, ਸੈਮੀਨਾਰ ਹੋਇਆ ਜਿਸ ਵਿੱਚ ਸਿੱਖਾਂ ਤੇ ਕਮਿਊਨਿਸਟ ਕਾਮਰੇਡਾਂ ਨੂੰ ਲੈ ਕੇ ਚਰਚਾ ਕੀਤੀ ਗਈ ਹੈ ਕਿ ਇਹ ਦੋਨਾਂ ਦੇ ਵਿੱਚ ਕਿਉਂ ਪਿਛਲੇ ਕਈ ਸਾਲਾਂ ਤੋਂ ਖਲਾਅ ਹੈ। ਅਤੇ ਦੂਸਰੇ ਪਾਸੇ ਸੰਨ 47 ਤੋਂ ਪਹਿਲਾਂ ਦੀ ਗੱਲ ਕਰੀਏ ਜਦੋਂ ਕਿ ਦੋਨੋਂ ਹੀ ਇੱਕ ਦੂਜੇ ਦੇ ਨਾਲ ਹੈਗੇ ਸੀ, ਪਰ ਉਸ ਤੋਂ ਬਾਅਦ ਲਗਾਤਾਰ ਇਹ ਵਿਛੋੜਾ ਕਿਉਂ ਪੈਂਦਾ। ਸਾਡੇ ਨਾਲ ਸਿੱਖ ਵਿਦਵਾਨ ਨੇ ਚਰਚਾ ਕਰਾਂਗੇ। ਅੱਜ ਇੱਕ ਸੈਮੀਨਾਰ ਹੋਇਆ, ਸੈਮੀਨਾਰ ਦੇ ਵਿੱਚ ਚਰਚਾ ਵੀ ਕੀਤੀ, ਇੱਕ ਸਪੀਚ ਵੀ ਕੀਤੀ ਹੈ ਜਿਸ ਵਿੱਚ ਕੋਟ ਕੀਤਾ ਗਿਆ, ਗੁਰੂ ਗ੍ਰੰਥ ਸਾਹਿਬ ਦੀਆਂ ਲਾਈਨਾਂ ਨੂੰ ਕੋਟ ਕਰਕੇ ਸਮਝਾਇਆ ਗਿਆ ਵੀ ਕਿੱਥੇ ਕਾਮਰੇਡ ਅਤੇ ਸਿੱਖ ਜਿਹੜੇ ਨੇ ਇੱਕ ਜਗ੍ਹਾ 'ਤੇ ਖੜੇ ਨੇ। ਚਰਚਾ ਆਪਾਂ ਕਰਾਂਗੇ। ਸਰ ਬਹੁਤ ਬਹੁਤ ਸਵਾਗਤ ਹੈ ਪੰਜਾਬ ਨਿਊਜ਼ 'ਤੇ। ਮਿਹਰਬਾਨੀ ਜੀ। ਪਹਿਲਾਂ ਮੇਰਾ ਸਵਾਲ ਇਹੀ ਹੈ ਕਿ ਤੁਸੀਂ ਜਿਸ ਤਰੀਕੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਿੱਚੋਂ ਲਾਈਨਾਂ ਲੈ ਕੇ ਤੁੱਕਾਂ ਲੈ ਕੇ ਕੋਟ ਕਰਕੇ ਸਮਝਾ ਰਹੇ ਸੀ ਵੀ ਸਿੱਖ ਅਤੇ ਕਾਮਰੇਡਾਂ ਦਾ ਜੋ ਹੈ ਉਹ ਗੈਪ ਕਿਉਂ ਪਿਆ, ਵੱਡਾ ਕਾਰਨ ਕੀ ਹੈ ਇਸ ਵਿੱਚ, ਜੇ ਸੰਨ 47 ਤੋਂ ਪਹਿਲਾਂ ਦੀ ਗੱਲ ਕਰੀਏ ਜਾਂ ਬਾਅਦ ਦੀ ਵੀ ਗੱਲ ਕਰੀਏ? ਐਕਚੁਅਲੀ ਮੈਂ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਨੂੰ ਇਸ ਤਰ੍ਹਾਂ ਲਿਆ ਸੀਗਾ ਕਿ ਇਹਦਾ ਮਿਸ਼ਨ ਕੀ ਆ, ਅਸੀਂ ਆਪਣੇ ਲਈ ਸਵੈ ਪ੍ਰਚੁਰਤਾ ਕਿਵੇਂ ਕਰਨੀ ਆ। ਜਿਹੜਾ ਐਨਾਲਿਸਿਸ ਹੁੰਦਾ ਵਕਤੀ ਤੌਰ 'ਤੇ, ਨਾ ਤਾਂ ਮੈਂ ਉੱਥੇ 'ਚ ਮਾਰਕਸਿਸਟ ਵਰਡ ਯੂਜ਼ ਕੀਤਾ ਇੱਕ ਵਾਰੀ ਵੀ, ਖੱਬੇ ਪੱਖੀ ਕਿਹਾ, ਕਿਉਂਕਿ ਉਹਨਾਂ ਦਾ ਵੀ ਇੱਕ ਚੌੜਾ ਦਾਇਰਾ ਜਿਵੇਂ ਸਿੱਖਾਂ ਦਾ ਵੀ ਚੌੜਾ ਦਾਇਰਾ, ਉਹਦੇ 'ਚ ਵੀ ਬੜੇ ਕਿਸਮ ਦੀਆਂ ਸਿੱਖ ਲੈਫਟ ਵਿੱਚ ਵੀ ਨੇ, ਸਿੱਖ ਸੈਂਟਰ ਵਿੱਚ ਵੀ ਨੇ, ਸਿੱਖ ਕਈ ਰਾਈਟ ਵਿੱਚ ਵੀ ਨੇ। ਸੋ ਆਪਾਂ ਨੂੰ ਇਸ ਟਰਮਸ ਨੂੰ ਸਮਝਣ ਦੀ ਲੋੜ ਆ। ਗੁਰੂ ਗ੍ਰੰਥ ਸਾਹਿਬ ਦਾ ਹਵਾਲਾ ਤਾਂ ਇਹ ਦਿੱਤਾ ਸੀਗਾ ਕਿ ਅਸੀਂ ਕਿਹਦੇ ਨਾਲ ਧੜਾ ਬਣਾਉਣਾ। ਉੱਥੇ ਦੱਸਿਆ ਕਿ ਜਿਹੜੇ ਝੂਠੇ ਧੜੇ ਬਣਦੇ ਨੇ ਉਹ ਕਦੇ ਚੱਲਦੇ ਹੀ ਨਹੀਂ। ਜਿਹੜਾ ਹਰ ਦੇ ਨਾਲ ਮਤਲਬ ਇੱਕ ਰੋਸ਼ਨੀ, ਇੱਕ ਗਿਆਨ ਦੇ ਨਾਲ, ਜਾਂ ਜਿਹੜਾ ਸਾਡੇ ਦਿਮਾਗ ਨੂੰ ਰੋਸ਼ਨ ਕਰਨ ਵਾਲੀਆਂ ਉਹਦੇ ਨਾਲ ਜੇ ਧੜਾ ਬਣੂਗਾ ਫਿਰ ਉਹ ਚੱਲੂਗਾ। ਫਿਰ ਸਾਨੂੰ ਇੱਕ ਦੂਜੇ ਦੇ ਵਿੱਚ ਜਿਹੜੀ ਅਦਰਨੈਸ ਆ, ਦੂਜਾ ਨਹੀਂ ਨਜ਼ਰ ਆਊਗਾ, ਉਹ ਇਕਸਾਰਤਾ ਨਜ਼ਰ ਆਊਗੀ। ਇਹ ਗੱਲ ਹਵਾਲਾ ਕਰਕੇ ਗੱਲ ਸ਼ੁਰੂ ਕੀਤੀ ਸੀ। ਬਟ ਬਾਕੀ ਹਵਾਲੇ ਇਹ ਦਿੱਤੇ ਸੀਗੇ
ਕਿ ਜਿਹੜੇ ਵਰਡਸ ਦੇ ਨਾ ਅਸੀਂ ਨੈਗੇਟਿਵ ਕੋਨੋਟੇਸ਼ਨ ਬਣਾ ਲਈਆਂ। ਕਾਮਰੇਡ ਵਰਡ ਕਿਸੇ ਨੂੰ ਚੰਗਾ ਲੱਗਦਾ, ਕਿਸੇ ਨੂੰ ਬਹੁਤ ਮਾੜਾ ਗਾਲ ਦੇ ਰੂਪ ਹੀ ਵਰਤਿਆ ਜਾਂਦਾ। ਇੱਦਾਂ ਹੀ ਵਰਡ ਖਾਲਸਾ ਤੇ ਸਿੱਖਿਆ ਖਾਲਿਸਤਾਨੀ ਵੀ ਕਈ ਵਾਰ ਯੂਜ਼ ਕਰ ਲਿੱਤਾ ਜਾਂਦਾ। ਸਾਨੂੰ ਇਹਨਾਂ ਤੋਂ ਪਰਹੇਜ਼ ਕਰਨ ਦੀ ਲੋੜ ਆ। ਇਹ ਵਰਡ ਆਪਣੇ ਆਪ ਵਿੱਚ ਤਾਂ ਕੋਈ ਵੀ ਨੈਗੇਟਿਵ ਨਹੀਂ। ਜਦ ਕਾਮਰੇਡ ਭਗਤ ਸਿੰਘ ਹੀ ਮੈਂ ਕਹਾਂਗਾ, ਹੁਣ ਜਦੋਂ ਲਿਖ ਰਹੇ ਨੇ ਇੱਕ ਉਹਨਾਂ ਨੇ ਐਡੀਟੋਰੀਅਲ ਲਿਖਿਆ ਸੀ ਜਦ ਬੱਬਰ ਅਕਾਲੀ ਲਹਿਰਾਂ ਨੂੰ ਬੱਬਲ ਅਕਾਰੀਆਂ ਨੂੰ ਸੂਲੇ 'ਚ ਚੜ੍ਹਾਉਣ ਦੀ ਗੱਲ ਕੀਤੀ, ਉਹਨਾਂ ਐਡੀਟੋਰੀਅਲ ਲਿਖਿਆ, ਕਹਿੰਦਾ ਇਹ ਜਿਹੜੇ ਸਿੱਖ ਨੇ ਇਹਨਾਂ ਦੀ ਬਦੌਲਤ ਸਾਨੂੰ ਆਜ਼ਾਦੀ ਆ, ਉਹ ਨਹੀਂ ਤਾਂ ਪੂਰਾ ਹਿੰਦੁਸਤਾਨ ਤਾਂ ਹੋਲੀ ਖੇਡ ਰਿਹਾ। ਮੈਂ ਜਾਣ ਕੇ ਉਹ ਕੋਟ ਕੀਤਾ। ਤੇ ਦੂਸਰੀ ਤਾਂ ਪ੍ਰੋਫੈਸਰ ਪੂਰਨ ਸਿੰਘ ਨੂੰ ਕੀਤਾ ਸੀਗਾ ਕਿ ਜਦ ਉਹ ਕਾਮਰੇਡ ਵਰਤ ਰਹੇ ਨੇ ਯੂਜ਼, ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਪੰਜਾਬ ਦੇ ਕੁਝ ਨਵੇਂ ਕਿਸਮ ਦੇ ਕਾਮਰੇਡ ਖੜੇ ਕਰਤੇ ਸੀ। ਮਤਲਬ ਅਸੀਂ ਲਫ਼ਜ਼ਾਂ ਨੂੰ ਤੋੜਨ ਲਈ ਨਾ ਯੂਜ਼ ਕਰੀਏ, ਉਹਨਾਂ ਦੇ ਕੰਪਲੈਕਸਿਸ 'ਚੋਂ ਬਾਹਰ ਆਈਏ। ਤੇ ਇਹ ਜਿਹੜੇ ਪੰਜਾਬ ਦੇ ਲਈ ਅਸੀਂ ਜੋ ਕੁਝ ਕਰ ਸਕਦੇ ਹਾਂ, ਤੁਸੀਂ ਇੱਕ ਰੱਬ ਨੂੰ ਮੰਨਦੇ ਹੋ ਜਾਂ 10 ਨੂੰ ਮੰਨਦੇ ਜਾਂ ਨਹੀਂ ਮੰਨਦੇ, ਉਹ ਇਸ਼ੂ ਨਹੀਂ ਆ, ਉਹ ਤੁਹਾਡਾ ਆਪਣਾ ਨਿਯਮ ਆ। ਗੱਲ ਤਾਂ ਇਹ ਹੈ ਕਿ ਤੁਸੀਂ ਕੀ ਕਰ ਰਹੇ ਹੋ ਕੰਟਰੀਬਿਊਸ਼ਨ ਕਰਨ ਲਈ ਪੋਜ਼ਿਟਿਵਲੀ। ਅੱਛਾ ਸਰ, ਤੁਸੀਂ ਇੱਕ ਹੋਰ ਬੜਾ ਵਧੀਆ ਜ਼ਿਕਰ ਕੀਤਾ ਕਿ ਜਿੱਥੇ ਕਮਿਊਨਿਸਟ ਆ ਜਾਂਦਾ ਉੱਥੇ ਨਾਸਤਿਕ ਸ਼ਬਦ ਆ ਜਾਂਦਾ। ਬੜੇ ਗੁਰੂ ਗ੍ਰੰਥ ਸਾਹਿਬ ਦੀ ਵੋਕੈਬਲਰੀ 'ਚ ਨਹੀਂ ਆ। ਇਹ ਹੁੰਦਾ ਕੀ ਹੈ ਕਿ ਜਿਹੜਾ ਤੁਹਾਡਾ ਆਲਾ ਦੁਆਲਾ ਹੁੰਦਾ, ਕਈ ਵਾਰ ਤੁਹਾਨੂੰ ਮਜਬੂਰ ਕਰ ਦਿੰਦਾ ਇਸ ਸ਼ਬਦ ਯੂਜ਼ ਕਰਨ ਲਈ। ਉਹਦੇ ਬਾਰੇ ਮੈਂ ਥੋੜ੍ਹੀ ਜਿਹੀ ਗੱਲ ਕੀਤੀ ਸੀ। ਇਹ ਸਾਡੀ ਡਿਬੇਟ ਦਾ ਹਿੱਸਾ ਸੀਗਾ ਹੀ ਨਹੀਂ, ਇਹ ਜ਼ਬਰਦਸਤੀ ਪਾ ਦਿੱਤੇ ਗਏ ਨੇ ਪਿਛਲੇ 100 ਸਾਲਾਂ 'ਚ। ਤਾਂ ਹੀ ਪਿਛਲੇ 75 ਸਾਲਾਂ 'ਚ ਹੋਰ ਰੂਪ 'ਚ ਬਾਹਰ ਆਏ ਨੇ। ਉਹ ਕਿਉਂ ਆਏ ਨੇ? ਕਿਉਂਕਿ ਸਿੱਖਾਂ ਨੂੰ ਤੇ ਲੈਫਟ ਨੂੰ ਵੀ ਇਹਦੀਆਂ ਆਪਣੇ ਆਈਡੀਅਲਸ ਦੀ ਸਮਝ ਨਹੀਂ ਆ। ਤੇ ਇਹ ਜਿਹੜੇ ਇੱਕ ਹਿੰਦੁਸਤਾਨੀ ਪਰੰਪਰਾ ਦੇ ਸ਼ਬਦ ਸੀ, ਜਿਹੜੇ ਐਕਚੁਅਲੀ ਜੁੜੇ ਹੋਏ ਨੇ ਕਿ ਜਿਹੜਾ ਵੈਦਿਕ ਕਲਚਰ ਤੋਂ ਮੰਨਦਾ ਸੀ ਜਾਂ ਨਹੀਂ ਮੰਨਦਾ ਸੀ, ਉਹਨਾਂ ਨਾਲ ਜੁੜੇ ਹੋਏ ਸੀ। ਸਾਡੀ ਇਹ ਡਿਬੇਟ ਹੀ ਨਹੀਂ, ਬਟ ਅਸੀਂ ਇਸ ਡਿਬੇਟ ਦਾ ਹਿੱਸਾ ਬਣਾ ਲਿਆ। ਤੇ ਜੋ ਅਸੀਂ ਕਰਨਾ ਸੀਗਾ ਪੰਜਾਬ ਦੇ ਪ੍ਰਤੀ ਇੱਕ ਰੈਕਨਸੀਲੀਏਸ਼ਨ ਦੀ ਜਿਹੜੀ ਗੱਲ ਆ ਤੋਰਨ ਦੀ ਕੋਸ਼ਿਸ਼ ਕੀਤੀ ਹੈ, ਉਹਦੇ ਵੱਲ ਸਾਡੀ ਤਵੱਜੋ ਨਹੀਂ ਜਾ ਰਹੀ। ਉੱਥੇ ਸਾਡੀ ਇੰਟੈਲੈਕਚੁਅਲ ਰਿਗਰ ਨਹੀਂ ਜਾ ਰਹੀ, ਉਧਰ ਵੱਲ ਜਾਣ ਦੀ ਕੋਸ਼ਿਸ਼ ਕਰੀਏ। ਅੱਛਾ ਸਰ, ਜੇ ਧਰਮ ਦੀ ਗੱਲ ਕਰੀਏ, ਜੇ ਧਰਮ ਦੀ ਗੱਲ ਕਰਾਂਗੇ ਕਿ ਕਾਮਰੇਡਾਂ ਜਾਂ ਕਮਿਊਨਿਸਟਾਂ ਨਾਲ, ਜਾਂ ਤੁਸੀਂ ਖੱਬੀ ਪੱਖੀ ਕਹਿੰਦੇ ਹੋ ਕਿ ਉਹਨਾਂ ਨਾਲ ਉਸੇ ਤਰੀਕੇ ਨਾਲ ਵਿਵਾਦ ਚੱਲਦਾ ਰਹੂਗਾ। ਜੇ ਆਪਾਂ ਧਰਮ ਨੂੰ ਪਾਸੇ ਰੱਖ ਦਾਂਗੇ ਫਿਰ ਗੱਲ ਕਰਾਂਗੇ ਕਿ ਇਕੱਠੇ ਹੋ ਜਾਣਗੇ। ਜਦ ਕਿਸੇ ਨਾਲ ਪ੍ਰੋਜੈਕਟ ਕਰਨਾ ਹੁੰਦਾ ਨਾ, ਤੁਸੀਂ ਇਹ ਨਹੀਂ ਪੁੱਛਦੇ ਤੂੰ ਕਿਹਨੂੰ ਮੰਨਦਾ, ਪੁੱਛਿਆ ਇਹ ਜਾਂਦਾ ਆਪਾਂ ਕਿਸ ਕੰਮ ਲਈ ਇਕੱਠੇ ਹੋਏ ਆ। ਸਾਨੂੰ ਇਹ ਡਿਬੇਟ ਚੇਂਜ ਕਰਨੀ ਪੈਣੀ ਹੈ। 100 ਸਾਲ ਪਹਿਲਾਂ ਜਦ ਲੈਫਟਿਸਟ ਮੂਵਮੈਂਟਸ ਦੁਨੀਆ ਦੇ ਚੱਲ ਰਹੀ ਸੀ ਗਲੋਬਲ, ਉਹਦੇ ਵਿੱਚ ਜਦ ਅੰਮ੍ਰਿਤਧਾਰੀ ਸਿੱਖਾਂ ਨੇ ਆਪਣਾ ਯੋਗਦਾਨ ਪਾਇਆ, ਉਹਨਾਂ ਨੇ ਇਹ ਥੋੜ੍ਹੀ ਗੱਲ ਕੀਤੀ ਸੀ ਕਿ ਤੂੰ ਲੈਨਨ ਨੂੰ ਮਰਦਾ ਜਾਂ ਮਾਰਕਸ ਨੂੰ ਮਰਦਾ, ਜਾਂ ਉਹਨਾਂ ਨੇ ਇਹ ਥੋੜ੍ਹੀ ਪੁੱਛਿਆ ਤੂੰ ਅੰਮ੍ਰਿਤ ਛਕਿਆ ਨਹੀਂ ਛਕਿਆ। ਉਹ ਤਾਂ ਅੰਡਰਸਟੂਡ ਸੀ ਕਿਉਂਕਿ ਉਹ ਸਕੂਲ ਆਫ ਥਾਟ ਤੋਂ ਆਏ ਨੇ। ਗੱਲ ਇਹ ਹੋਈ ਸੀ ਕਿ ਉਸ ਵੇਲੇ ਸੀਗਾ ਕੰਮ ਕਿ ਹਿੰਦੁਸਤਾਨ ਨੂੰ ਜਾਂ ਪਾਕਿਸਤਾਨ ਨੂੰ ਕਿਵੇਂ ਆਜ਼ਾਦ ਕਰਾਉਣਾ, ਜਿਹਨੂੰ ਅੱਜ ਅਸੀਂ ਕਹਿੰਦੇ ਹਾਂ, ਰਾਈਟ। ਸੋ ਅੱਜ ਜੇ ਕਿਸੇ ਪ੍ਰੋਜੈਕਟ ਦੀ ਗੱਲ ਕਰਨੀ ਹੈ, ਪ੍ਰੋਜੈਕਟ ਦੀ ਗੱਲ ਕਰੋ ਨਾ। ਇਹ ਕਿਉਂ ਪੁੱਛਣਾ ਤੁਸੀਂ ਮੰਨਦੇ ਕਿਉਂ? ਉਹ ਤਾਂ ਤੁਹਾਡੀ ਹੈ। ਜਿਹੜਾ ਸਪਿਰਿਚੁਅਲਿਟੀ ਆ ਜਾਂ ਧਰਮ ਵਰਡ ਆ, ਇਹ ਵੀ ਬੜੇ ਮਿਸਅੰਡਰਸਟੂਡ ਹੋ ਗਏ ਨੇ ਅੱਜ ਕੱਲ੍ਹ, ਇਹ ਫੈਸ਼ਨੇਬਲ ਵੀ ਬਣ ਗਏ ਨੇ। ਬਟ ਕੁਐਸਚਨ ਇਹ ਨਹੀਂ ਹੈਗਾ ਤੁਸੀਂ ਕਿੱਥੋਂ ਪੜ੍ਹ ਕੇ ਆਏ ਹੋ, ਕੁਐਸਚਨ ਹੈ ਜਿੱਥੋਂ ਵੀ ਪੜ੍ਹ ਕੇ ਆਏ ਹੋ ਕੋਈ ਗੱਲ ਨਹੀਂ, ਦੱਸੋ ਪ੍ਰੋਜੈਕਟ ਕਿਹੜਾ ਕਰਨਾ। ਅੱਜ ਦੀ ਪੀੜ੍ਹੀ ਜੋ ਬਾਤ ਹੋਈ ਹੈ ਕਿ ਉਸ ਨੂੰ ਲੱਗਦਾ ਵੀ ਕਾਮਰੇਡ ਜੋ ਨੇ ਇੱਕ ਵਾਕਈ ਨਾਸਤਿਕ ਨੇ, ਇੱਕ ਧਰਮ ਨੂੰ ਲੈ ਕੇ ਅੱਗੇ ਹੁਣ ਵੱਧ ਰਹੇ। ਇਹ ਡਿਬੇਟ ਹੈ ਨਹੀਂ ਜੀ। ਜਿਸ ਤਰ੍ਹਾਂ ਮੈਂ ਕਿਹਾ, ਮੈਂ ਉਹਦਾ ਵੱਲ ਨਹੀਂ ਜਾਵਾਂਗਾ ਕਿਉਂਕਿ ਕਾਰਲ ਮਾਰਕਸ ਨੂੰ ਵੀ ਅੱਜ ਕੋਟ ਕੀਤਾ ਸੀਗਾ ਕਿ ਉਹਨੇ ਸਪਿਰਿਚੁਅਲਿਟੀ ਵਾਲੇ ਕੀ ਲਿਖਿਆ ਹੋਇਆ। ਦੇਖੋ, ਸਾਨੂੰ ਇਹ ਲੈ ਕੇ ਚੱਲਣਾ ਪੈਣਾ ਕਿ ਬੜੇ ਗਲਤ ਕੰਮ ਹੋਏ ਨੇ ਆਪਸ ਵਿੱਚ, ਕਿਉਂਕਿ ਪੰਜਾਬ ਦੇ ਵਿੱਚ ਹੀ ਪਿਛਲੇ 40 ਸਾਲਾਂ ਵਿੱਚ ਵੀ ਬੜੀਆਂ ਰੋਂਗ ਡੂਇੰਗਸ ਹੋਈਆਂ ਨੇ ਦੋਨੋਂ ਪੱਖਾਂ ਕੋਲੋਂ। ਉਹਦਾ ਹੁਣ ਕੌਣ ਨੈਸ਼ਨਲਿਜ਼ਮ ਜੁੜਿਆ, ਕੌਣ ਅੰਟਰਲ ਨੈਸ਼ਨਲਿਜ਼ਮ ਜੁੜਿਆ, ਆਪਾਂ ਉਹਦੇ ਵੱਲ ਨਹੀਂ ਜਾਂਦੇ, ਉਹ ਇੱਕ ਵੱਖਰਾ ਵਿਸ਼ਲੇਸ਼ਣ ਆ। ਹੁਣ ਕੀ ਕਰੀਏ? ਹੁਣ ਦੇ ਵਿੱਚ ਤਾਂ ਇਹੀ ਹੈਗਾ ਕਿ ਜਿਨ੍ਹਾਂ ਨੇ ਵੀ ਪੰਜਾਬ ਦੇ ਲਈ ਭਾਵੇਂ ਸਿੱਖ ਨਜ਼ਰੀਏ ਤੋਂ ਕੰਮ ਕਰਨਾ ਤੇ ਭਾਵੇਂ ਆਈਡੀਅਲਸ ਨੇ ਨਾ, ਆਈਡੀਅਲ ਦੇ ਨੇੜੇ ਕੋਈ ਵੀ ਨਹੀਂ ਘੁੰਮ ਰਿਹਾ। ਪ੍ਰੋਬਲਮ ਇੱਥੇ ਖੜੀ ਹੋਈ ਆ। ਅਸੀਂ ਆਈਡੀਅਲ ਨੂੰ ਬਣਾ ਲੈਂਦੇ ਹਾਂ, ਫਿਰ ਅਸੀਂ ਆਪਣੀ ਇੱਕ ਲਾਈਨਾਂ ਖਿੱਚ ਦਿੰਦੇ ਹਾਂ, ਇਹ ਤਾਂ ਜੀ ਇੱਦਾਂ ਦੇ ਹੀ ਨੇ, ਤੇ ਅਸੀਂ ਕਿਹੜਾ ਬੈਟਰ ਹੈਗੇ? ਆਈਡੀਅਲ ਨੂੰ ਧਰਮ ਬਣਾ ਲਿਆ ਆਪਾਂ, ਜੋ ਆਈਡੀਅਲ ਨੂੰ ਧਰਮ ਬਣਾ ਕੇ ਲੈ ਕੇ ਚੱਲੇ। ਨਹੀਂ, ਮੈਂ ਇਹ ਕਹਿ ਰਿਹਾ ਕਿ ਜਿਸ ਚੀਜ਼ ਨੂੰ ਵੀ ਤੁਸੀਂ ਮੰਨਦੇ ਹੋ ਉਹਦੇ ਆਈਡੀਅਲ ਨੂੰ ਨਾਲ ਲੈ ਕੇ ਆਉਂਦੇ ਹੋ, ਬਟ ਕੰਮ ਆਈਡੀਅਲ ਪ੍ਰਤੀ ਨਹੀਂ ਹੁੰਦਾ, ਉਹ ਤਾਂ ਪ੍ਰਚਾਰ ਹੁੰਦਾ। ਜੇ ਕਿਸੇ ਨੇ ਪ੍ਰਚਾਰ ਕਰਨਾ ਸਿੱਖੀ ਦਾ ਕਰੇ, ਜੇ ਕਿਸੇ ਨੇ ਪ੍ਰਚਾਰ ਕਰਨਾ ਖੱਬੇ ਪੱਖੀ ਡਿਫਰੈਂਟ ਫਾਊਂਡਰਸ ਦਾ ਉਹਦਾ ਕਰਨ, ਬਟ ਪੰਜਾਬ ਲਈ ਕੀ ਕਰਨਾ ਇਹ ਗੱਲ ਕਰੋ। ਹੁਣ ਪਾਣੀਆਂ ਦੇ ਮਸਲੇ 'ਤੇ ਕੰਮ ਕਰੋ ਨਾ ਇਕੱਠੇ ਹੋ ਕੇ, ਇਸ ਤਰ੍ਹਾਂ ਦੇ ਗੱਲ ਕਰਨ ਦੀ ਲੋੜ ਆ। ਆਪਣੀ ਆਈਡੀਓਲੋਜੀ ਦੀ ਕਨਵਰਜਨ ਦਾ ਗੱਲ ਨਾ ਕਰੋ, ਉਹ ਪ੍ਰੋਜੈਕਟ ਨਹੀਂ ਹੁੰਦਾ। ਪ੍ਰੋਜੈਕਟ ਹੁੰਦਾ ਕਿ ਅਸੀਂ ਲੋਕਾਂ ਦੇ ਲਈ ਜਾਂ ਪੰਜਾਬ ਲਈ ਕੀ ਕਰਕੇ ਦੇਣਾ। ਟੇਬਲ 'ਤੇ ਕਿੱਦਾਂ ਇਕੱਠੇ ਹੋ ਸਕਦੇ ਨੇ? ਚਲੋ ਆਪਾਂ ਦੇਖਦੇ ਹਾਂ ਵੀ ਤੁਸੀਂ ਵੀ ਉੱਥੇ ਸਪੀਚ ਦਿੱਤੀ, ਬਾਕੀਆਂ ਦਿੱਤੀ, ਟੇਬਲ 'ਤੇ ਇਕੱਠੇ ਕਿਵੇਂ ਹੋ ਸਕਦੇ ਨੇ? ਇਹ ਜੋ ਗੈਪ ਪਿਆ, ਇਸ ਗੈਪ ਨੂੰ ਭਰਿਆ ਕਿਵੇਂ ਜਾ ਸਕਦਾ? ਐਕਚੁਅਲੀ ਚਰਚਾ ਇਹਦੇ ਬਾਰੇ ਹੋਈ ਸੀ ਅੱਜ ਕਿ ਟੇਬਲ 'ਤੇ ਇਕੱਠੇ ਕਰਨਾ ਨਾ ਅੱਜ ਦਾ ਉਦੇਸ਼ ਸੀ, ਨਾ ਇੰਨੀ ਛੇਤੀ ਹੋਊਗਾ। ਅੱਜ ਦਾ ਉਦੇਸ਼ ਸੀਗਾ ਕਿ ਇਹਦੇ ਬਾਰੇ ਕੰਮ ਜੇ ਕਰਨਾ ਪ੍ਰੋਪਰਲੀ, ਉਹਦੇ ਲਈ ਤੁਹਾਨੂੰ ਕੀ ਕਰਨਾ ਪਊ। ਰੈਕਨਸੀਲੀਏਸ਼ਨ ਦਾ ਕੁਝ ਪ੍ਰੋਸੈਸ ਹੈਗਾ ਕਿ ਜਿਹੜੀਆਂ ਗਲਤ ਕੰਮ ਕਰੇ ਨੇ ਪਹਿਲਾਂ ਐਕਸੈਪਟ ਕਰੋ, ਫਿਰ ਆਪਣੇ ਜਥੇਬੰਦੀਆਂ ਵਿੱਚ ਇਹਦੀ ਸਵੈ-ਪ੍ਰਚੋੜਤਾ ਕਰੋ। ਜਦ ਆਪਣੇ ਜਥੇਬੰਦੀ ਨੇ ਤੁਸੀਂ ਕੰਟਰੋਲ ਕਰ ਲਿਆ ਤੇ ਉਹਨਾਂ ਸੰਜਮ ਵਿੱਚ ਲਾਇਆ, ਡਿਸਿਪਲਿਨ ਰੂਪ 'ਚ ਲਾਇਆ ਹੈ ਕਿ ਅਸੀਂ ਇੱਕ ਦੂਜੇ ਪ੍ਰਤੀ ਨਹੀਂ ਜ਼ਹਿਰ ਉਗਾਲਣੇ, ਫਿਰ ਤੁਸੀਂ ਇਕੱਠੇ ਹੋ ਕੇ ਪਬਲਿਕ ਪਲੇਟਫਾਰਮ 'ਤੇ ਕੁਝ ਕਰ ਸਕਦੇ ਹੋ।
ਇਹ ਇੰਟਰਨਲ ਪ੍ਰੋਸੈਸ ਜਿਹੜਾ ਨਾ ਉਹਦੇ ਵੱਲ ਤਵੱਜੋ ਦੇਣ ਦੀ ਲੋੜ ਆ। ਉਹਦੇ ਵਿੱਚ ਇੱਕ ਕੰਮ ਹੈਗਾ ਫੋਰਗਿਵਨੈਸ ਦਾ। ਜਦ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਣਗੀਆਂ ਫਿਰ ਖਿਮਾ ਕਰਨੀ ਵੀ, ਖਿਮਾ ਦੇਣੀ ਵੀ ਸਿੱਖਣੀ ਪਊ। ਤੇ ਗੁਰਬਾਣੀ ਵਿੱਚ ਆਪਾਂ ਆਖਦੇ ਫਿਰ ਦੇਖ ਕੇ ਐਡਿਟ ਕਰਨਾ ਉਹ ਉਸ ਵੇਲੇ ਹੋਊ। ਅਜੇ ਦੇਖ ਕੇ ਐਡਿਟ ਕਿਉਂ ਨਹੀਂ ਹੋ ਰਿਹਾ? ਕਿਉਂਕਿ ਅਸੀਂ ਉਸ ਪ੍ਰੋਸੈਸ 'ਚੋਂ ਨਹੀਂ ਨਿਕਲੇ, ਅਸੀਂ ਸਵੈ ਪੜਚੋਲਤਾ ਕੀਤੀ ਨਹੀਂ, ਅਜੇ ਸਾਰਾ ਬਲੇਮ ਦੂਜੇ ਨੂੰ ਹੀ ਲਾ ਰਹੇ ਹਾਂ। ਸਹਿਮਤੀ ਨਹੀਂ ਹੋ ਸਕਦੀ ਕਿ ਕੌਮ ਦਾ ਸਿੱਖ ਵਿਦਵਾਨ ਵਿੱਚ ਜੇ ਸਹਿਮਤੀ ਨਹੀਂ ਬਣਦੀ ਕਿ ਉਸ ਦਾ ਦੁਸ਼ਮਣ ਹੋ ਜਾਂਦਾ। ਕਈ ਚੀਜ਼ਾਂ ਦਾ ਸਹਿਮਤੀ ਨਹੀਂ ਵੀ ਹੁੰਦੀ। ਇਹ ਬੜਾ ਸਵਾਲ ਹੈ ਅੱਜ ਦੇ ਦੌਰ ਵਿੱਚ ਜੋ ਚੱਲ ਰਿਹਾ। ਨਹੀਂ ਜੀ, ਇਹ ਸਵਾਲ ਅੱਜ ਦੇ ਦੌਰ 'ਚ ਨਹੀਂ, ਹਰ ਦੌਰ 'ਚ ਚੱਲਦਾ। ਸਾਨੂੰ ਐਵੇਂ ਹੀ ਕਈ ਵਾਰ ਲੱਗਦਾ ਕਿ ਇਸੇ ਦੌਰ 'ਚ ਇੱਦਾਂ ਦਾ ਹੋ ਰਿਹਾ। ਇੱਕ ਸਾਰਤਾ ਹੋਣੀ ਤੇ ਇੱਕ ਸੁਰਤਾ ਹੋਣੀ 'ਚ ਫਰਕ ਆ। ਯੂਨੀਫਾਰਮਿਟੀ ਤੇ ਯੂਨਿਟ 'ਚ ਫਰਕ ਆ। ਯੂਨਿਟੀ ਹੁੰਦੀ ਹੈ ਕਿਸੇ ਇੱਕ ਮੁੱਦੇ ਤੇ, ਯੂਨੀਫਾਰਮਿਟੀ ਹੁੰਦੀ ਹੈ ਸਾਰਿਆਂ ਨੂੰ ਇੱਕੋ ਜਿਹਾ ਕਰ ਦਿਓ ਹਰ ਮਾਮਲੇ 'ਚ। ਸਾਡੇ ਤਾਂ ਸੈਕੰਡਰੀ ਟੈਕਸਟ ਵਿੱਚ ਇਹ ਲਿਖਿਆ ਕਿ ਜਿਹੜੀ ਸ਼ਹਾਦਤਾਂ ਸਿੱਖਾਂ ਨੇ ਦਿੱਤੀ ਉਹ ਕਿਉਂ ਦਿੱਤੀ ਸੀ, ਗੁਰੂ ਸਾਹਿਬਾਨ ਨੇ ਵੀ ਕਿਉਂ ਦਿੱਤੀ, ਗੁਰੂ ਅਰਜਨ ਪਾਤਸ਼ਾਹ ਨੇ। ਉੱਥੇ ਤਾਂ ਇਹ ਲਿਖਿਆ ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ। ਮਤਲਬ ਕੀ ਹੈ? ਯੂਨੀਫਾਰਮਿਟੀ ਬਣਾਈ ਜਾ ਰਹੀ ਸੀ। ਅਸੀਂ ਯੂਨਿਟੀ ਤੇ ਯੂਨੀਫਾਰਮਿਟੀ ਵਿੱਚ ਕਨਫਿਊਜ਼ਨ ਲੈ ਆਏ ਹਾਂ। ਇਹ ਮੈਚੋਰਿਟੀ ਸਾਨੂੰ ਆਪਣੇ ਅਦਾਰਿਆਂ ਵਿੱਚ ਤੇ ਆਪਣੇ ਆਈਡੀਓਲੌਗਸ ਤੇ ਆਪਣੇ ਵਕਤਾਂ ਵਿੱਚ ਲੈ ਕੇ ਆਉਣੀ ਪੈਣੀ ਆ। ਫਿਰ ਇਹਦੇ ਬਾਰੇ ਕੁਝ ਐਕਸਪੈਕਟ ਕਰ ਸਕਦੇ ਹਾਂ ਆਉਣ ਵਾਲੇ ਦਹਾਕੇ। ਪਰ ਜੇ ਨਾ ਇਕੱਠੇ ਹੋਏ ਫਿਰ ਕੀ ਆਉਣ ਵਾਲਾ ਭਵਿੱਖ ਹੈ ਜਾਂ ਜੋ ਪੰਜਾਬ ਦੇ ਕੀ ਹਾਲਾਤ ਹੋਣਗੇ? ਇਹ ਆਪਸ਼ਨ ਹੀ ਹੈ ਨਹੀਂ। ਜੇ ਅਸੀਂ ਇਕੱਠੇ ਸੀਗੇ, ਜਦ ਇਕੱਠੇ ਸੀ ਅਸੀਂ ਸਾਊਥ ਏਸ਼ੀਆ ਆਜ਼ਾਦ ਕਰਾ ਲਿਆ ਸੀ। ਜਦ ਸਿੱਖ ਆਪਣਾ ਪ੍ਰੋਜੈਕਟ ਹੀ ਇਕੱਲਾ ਕਰ ਰਹੇ ਸੀ, ਅਸੀਂ ਗੁਰਦੁਆਰੇ ਆਪਣੇ ਕਲੀਨ ਕਰ ਲਏ ਸੀ। ਸੋ ਇਹ ਨਾ ਕੋ ਇਕੱਠੇ ਨਹੀਂ ਹੋਣਗੇ। ਇਕੱਠੇ ਕਿਉਂ ਨਹੀਂ ਹੋ ਰਹੇ ਇਹ ਕਰੋ ਕੰਮ, ਤੇ ਇਕੱਠੇ ਕੌਣ ਨਹੀਂ ਹੋਣ ਦੇ ਰਿਹਾ ਉਹ ਸਮਝੋ। ਕਿਸੇ ਵੀ ਮਾਨਸਿਕਤਾ ਵਿੱਚ ਜਿਹੜੀ ਕੁਝ ਕਰਨਾ ਚਾਹੁੰਦੀ ਆ ਉਹ ਆਪਣੇ ਆਪ ਹੀ ਆਰਗੈਨਿਕਲੀ ਇਕੱਠੀ ਹੁੰਦੀ ਹੈ ਜਦ ਇਹ ਕਲੈਰਿਟੀ ਆ ਜਾਂਦੀ ਹੈ। ਤੁਸੀਂ ਸਾਰੀ ਗੱਲਬਾਤ ਸੁਣੀ ਹੈ। ਜਿਵੇਂ ਅੱਜ ਇੱਕ ਸੈਮੀਨਾਰ ਹੋਇਆ, ਸੈਮੀਨਾਰ ਦੇ ਵਿੱਚ ਖੱਬੇ ਪੱਖੀ ਤੇ ਸਿੱਖਾਂ ਨੂੰ ਲੈ ਕੇ ਇਕੱਠੇ ਕਰਨ ਵਾਸਤੇ ਇੱਕ ਸੈਮੀਨਾਰ ਹੋਇਆ। ਸੈਮੀਨਾਰ ਤੋਂ ਬਾਅਦ ਕਈਆਂ ਨੇ ਉੱਥੇ ਵਿਦਵਾਨਾਂ ਨੇ ਚਰਚਾ ਕੀਤੀ ਹੈ ਵੀ ਜੇ ਦੋਨੋਂ ਇਕੱਠੇ ਨਹੀਂ ਹੁੰਦੇ ਤਾਂ ਉਸ ਵਿੱਚ ਕੀ ਨੁਕਸਾਨ ਹੈ। ਇਕੱਠੇ ਪਹਿਲਾਂ ਵੀ ਸੀ ਪਰ ਕਿਤੇ ਨਾ ਕਿਤੇ ਜਿਵੇਂ ਹੁਣ ਇਹਨਾਂ ਨੇ ਚਰਚਾ ਕੀਤੀ ਉਹ ਗੱਲ ਕਹੀ ਹੈ ਵੀ ਇਕੱਠੇ ਕਿਉਂ ਨਹੀਂ ਹੋਣ ਦਿੱਤਾ ਜਾ ਰਿਹਾ, ਇਹ ਵੀ ਇੱਕ ਵੱਡਾ ਸਵਾਲ ਹੈ।